जी, 2-3 दिन तो एक सोशल मीडिया ਤੇ ਬੜਾ ਇਸ਼ੂ ਅੱਜਕੱਲ੍ਹ ਚੱਲ ਰਿਹਾ ਹੈ। ਸੀਓ ਹੈਲਥ ਨਨਕਾਣਾ ਸਾਹਿਬ ਡਾਕਟਰ ਅਜ਼ਹਰ ਅਮੀਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਬੜਾ ਨਾ ਸੋਸ਼ਲ ਮੀਡੀਆ ਤੇ ਹਵਾਲੇ ਤੇ ਇੱਕ ਬੜਾ ਟ੍ਰੈਂਡ ਬਣ ਗਿਆ ਹੈ, ਜਿਹੜਾ ਕਿ ਉਹ ਇੱਕ ਪॉपुਲਰ ਬਣ ਗਿਆ ਹੈ। ਡਾਕਟਰ ਅਜ਼ਹਰ ਅਮੀਨ ਨੂੰ ਮੁਅੱਤਲ ਕਿਉਂ ਕੀਤਾ ਗਿਆ, ਕਿਹਨੇ ਕੀਤਾ ਗਿਆ? ਅੱਜ ਸਾਡੇ ਨਾਲ ਮੌਜੂਦ ਨੇ ਡਾਕਟਰ ਨਸੀਰ ਅਹਿਮਦ ਕਾਲੂ ਸਾਹਿਬ, ਜਿਹੜੇ ਕਿ ਖੁਦ ਵੀ ਤਿੰਨਾਂ ਚੋਂ ਮਕਾਮਾਤ ਤੇ ਸੀਓ ਹੈਲਥ, ਈਡੀਓ ਹੈਲਥ, ਐਮਐਸ, ਡੀਐਚਓ ਰਹਿ ਚੁੱਕੇ ਨੇ। ਅੱਜ ਉਹਨਾਂ ਦੇ ਨਾਲ ਗੱਲਬਾਤ ਕਰਨੇ ਆ ਭਈ ਇਹ ਸਾਰਾ ਵਾਕਿਆ ਕਿਉਂ ਪੇਸ਼ ਆਇਆ। ਜੀ ਸਲਾਮ ਅਲੈਕੁਮ ਡਾਕਟਰ ਸਾਹਿਬ। वालेकुम अस्सलाम वरहमतुल्लाहि वबरकातुहू। थैंक यू नासर। ਡਾਕਟਰ ਸਾਹਿਬ ਇਹ ਦੱਸੋ ਕਿ ਅੱਜ ਕੱਲ੍ਹ ਇੱਕ ਬੜਾ ਟ੍ਰੈਂਡ ਬਣ ਗਿਆ ਸੋਸ਼ਲ ਮੀਡੀਆ ਦੇ ਤੇ ਡਾਕਟਰ ਅਜ਼ਹਰ ਅਮੀਨ ਨੂੰ ਮੁਅੱਤਲ ਕਰ ਦਿੱਤਾ ਗਿਆ ਕੋਈ ਸ਼ਾਹਕੋਟ ਤੇ ਕੋਈ ਕੇਸ ਦੇ ਹਵਾਲੇ ਤੋਂ। ਆਇਆ ਕਿ ਕਿਉਂ ਕੀਤਾ ਗਿਆ, ਕੀ ਹਕੀਕਤ ਕੀ ਹੈ ਇਹਦੀ? औज़ु बिल्लाहि मिनश शैतानिर रजीम। बिस्मिल्लाहिर रहमानिर रहीम। अल्हम्दुलिल्लाहि रब्बिल आलमीन वल आक़िबतु लिल मुत्तक़ीन। अस्सलातु वस्सलामु अला रसूलिहिल करीम। देखो जी, मैं कोई 33-34 साल नौकरी करके रिटायर होया 7-8 साल पहले। साडे ज़माने च हुण भी आ ਇਹ ਕਿਹਾ ਜਾਂਦਾ ਸੀ ਕਿ ਮਹਿਕਮਾ ਸਿਹਤ ਇੱਕ ਮੁਰਲੀ ਮਹਿਕਮਾ ਦਾ ਮਤਲਬ ਇਹ ਆ ਕਿ ਜਿਹੜਾ ਵੀ ਆਉਂਦਾ ਉਹ ਮੁਰਲੀ 'ਚ ਫੂਕ ਮਾਰਦਾ ਤੇ ਆਪਣੀ ਸਪੀਡ ਨਾਲ ਆਪਣੀ ਮਰਜ਼ੀ ਨਾਲ ਉਹ ਤੋਂ ਸੰਗ ਔਰ ਆਵਾਜ਼ਾਂ ਉਹਦੇ ਚੋਂ ਸਾਜ਼ ਨਿਕਾਲਣ ਦੀ ਕੋਸ਼ਿਸ਼ ਕਰਦਾ। ਮਸਲਾ ਇਹ ਆ ਕਿ ਦੇਖੋ, ਜਿੱਥੇ ਕੋਈ ਬੰਦਾ ਆਪਣੇ ਆਪ ਨੂੰ ਸਿਕਿਉਰ ਨਹੀਂ ਸਮਝੇਗਾ, ਉਹ ਕੰਮ ਕਿਸ ਮਾਹੌਲ 'ਚ ਕਰੇਗਾ, ਕਿਸ ਤਰ੍ਹਾਂ ਕਰੇਗਾ। ਸਾਡੇ ਸਭ ਤੋਂ ਬੜੀ ਬਦਕਿਸਮਤੀ ਇਹ ਆ ਕਿ ਅਗਰ ਇੱਕ ਸਵੀਪਰ ਦਾ ਕਸੂਰ ਹੈ, ਇੱਕ ਡਿਸਪੈਂਸਰ ਦਾ ਕਸੂਰ ਹੈ, ਇੱਕ ਵਾਰਡ ਸਰਵੈਂਟ ਦਾ ਕਸੂਰ ਹੈ, ਇੱਕ ਸਟਾਫ ਨਰਸ ਦਾ ਕਸੂਰ ਹੈ, ਤੇ ਫੜ ਕੇ ਜਨਾਬ ਤੁੰਨ ਦਿਓ ਸੀਓ ਨੂੰ। ਕਿਉਂ ਬਈ? ਦੇਖੋ, ਜਿਹੜਾ ਬੰਦਾ ਗਿਲਟੀ ਆ ਉਹਨੂੰ ਇਨਕੁਆਇਰ ਕਰਨਾ ਚਾਹੀਦਾ। ਉਹਨੂੰ ਇਨਕੁਆਇਰ ਕਰਕੇ ਅਗਰ ਵਾਕਈ ਉਹ ਗਿਲਟੀ ਆ, ਦੇਖੋ ਨਾ, ਕਾਨੂੰਨ ਔਰ ਅਸੂਲ ਔਰ ਤੁਸੀਂ ਸ਼ਰਈ ਤੌਰ ਤੇ ਵੀ ਦੇਖੋ, ਹਰ ਜੁਰਮ ਨੂੰ ਸਾਬਤ ਕਰਨਾ ਪੈਂਦਾ, ਉਹਦੇ ਵਾਸਤੇ ਸਬੂਤ ਹੋਣੇ ਚਾਹੀਦੇ, ਗਵਾਹ ਹੋਣੇ ਚਾਹੀਦੇ, ਵਾਕਈ ਬੰਦਾ ਗਿਲਟੀ ਹੈ, ਤੁਹਾਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ, 100% ਮਿਲਣੀ ਚਾਹੀਦੀ ਹੈ। ਲੇਕਿਨ ਸਾਡੇ ਮਾਹੌਲ ਇਹ ਬਣ ਗਿਆ, ਖੁਸੂਸਨ ਸੋਸ਼ਲ ਮੀਡੀਆ ਤੇ ਜਦੋਂ ਮਾਮਲਾ ਤਾਂ ਇੱਕ ਛੋਟਾ ਜਿਹਾ ਪੁਆਇੰਟ ਆ, ਉਹਨੂੰ ਹਾਈਲਾਈਟ ਕਰ ਦਿੱਤਾ ਜਾਂਦਾ, ਲਾਲਾ ਲੱਲਾ ਹੋ ਜਾਂਦੀ ਹੈ, ਖੱਪ ਪੈ ਜਾਂਦੀ ਆ। ਤੇ ਸਭ ਤੋਂ ਆਸਾਨ ਤਰੀਨ ਉਹਦਾ ਹੱਲ ਇਹ ਕੱਢਿਆ ਇਹਨਾਂ ਨੇ ਕਿ ਹੈਲਥ ਡਿਪਾਰਟਮੈਂਟ ਦਾ ਨਾ ਅਗਰ ਕੇਸ, ਉਹਨੂੰ ਚੁੱਕੋ ਤੇ ਸੀਓ ਨੂੰ ਸਸਪੈਂਡ ਕਰਕੇ ਪਰਾਂ ਮਾਰੋ। ਅਗਰ ਕੋਈ ਹਸਪਤਾਲ ਦਾ ਵਾ, ਐਮਐਸ ਵੀ ਐਮਐਸ ਨੇ ਜਾ ਕੇ ਆਪਰੇਸ਼ਨ ਥੀਏਟਰ ਦੇ ਅੰਦਰ ਵੜ ਕੇ ਤੇ ਨਹੀਂ ਬੈਠਾ, ਜਾਂ ਸੀਓ ਜਿਹੜਾ ਹੈ ਨਨਕਾਣੇ ਦਾ, ਉਹ ਸ਼ਾਹਕੋਟ ਦੇ THQ ਹਸਪਤਾਲ ਦੇ ਥੀਏਟਰ ਦੇ ਵਿੱਚ ਆਣ ਕੇ ਤੇ ਨਹੀਂ ਬੈਠਾ, ਉਹਨੂੰ ਤਾਂ ਨਹੀਂ ਪਤਾ ਉੱਥੇ ਕੀ ਹੋ ਰਿਹਾ। ਅਗਰ ਕੋਈ ਉੱਥੇ ਮਾਮਲਾ ਹੋਇਆ ਤੇ ਉਹਦਾ ਬਿਆਸਨ ਤਰੀਕੇ ਨਾਲ ਇਹ ਸੀਗਾ ਕਿ ਉਹਦੀ ਇਨਕੁਆਇਰੀ ਕੀਤੀ ਜਾਂਦੀ, ਜਿਸ ਤਰ੍ਹਾਂ ਹੁਣ ਇਨਕੁਆਇਰੀ ਗਵਰਨਮੈਂਟ ਨੇ ਲਾ ਵੀ ਦਿੱਤੀ ਆ। ਯਾਨੀ ਇਹ ਮੈਂ ਹੈਰਾਨ ਆ ਇਹਨਾਂ ਲੋਕਾਂ ਤੋਂ ਕਿ ਪਹਿਲਾਂ ਸਸਪੈਂਡ ਕਰ ਦਿਓ ਉਹਨਾਂ ਨੂੰ, ਬਾਅਦ ਚ ਇਨਕੁਆਇਰੀ ਦਿਓ। ਬਈ ਤੁਸੀਂ ਪਹਿਲੇ ਇਨਕੁਆਇਰੀ ਕਰੋ। ਹਾਂ, ਅਗਰ ਇਨਕੁਆਇਰੀ ਹੀ ਕਰਨ ਦੇ ਆ, ਉਹ ਚ ਇੱਕ ਟੀਮ ਬਣਾ ਦਿੱਤੀ ਗਈ ਹੈ। ਇਸ ਕੇਸ 'ਚ ਵੀ ਇੱਕ ਡਾਇਰੈਕਟਰ ਸਰਗੋਦਾ ਡਿਵੀਜ਼ਨ ਹੈ ਨੇ, ਉਹਨਾਂ ਦੇ ਨਾਲ 2 ਹੋਰ ਨੇ ਬੰਦੇ ਜਿਨ੍ਹਾਂ ਨੂੰ ਲਗਾਇਆ ਕਿ ਤੁਸੀਂ ਇਨਕੁਆਇਰ ਕਰੋ ਮੈਟਰ ਨੂੰ। ਲੇਕਿਨ ਮਸਲਾ ਇਹ ਆ ਕਿ ਤੁਸੀਂ ਅਗਰ ਕਿਸੇ ਬੰਦੇ ਨੂੰ ਸਜ਼ਾ ਦੇਣੀ ਆ ਤਾਂ ਪਹਿਲੇ ਇਹ ਤਾਂ ਸਾਬਤ ਕਰੋ ਕਿ ਉਹ ਗਿਲਟੀ ਹੈ ਉਸਦਾ। ਮੁਸੀਬਤ ਇਹ ਆ। ਔਰ ਤੁਸੀਂ ਬਾਕੀ ਮਹਿਕਮੇ ਦੇਖ ਲਓ, ਅਦਲੀਆ ਦਾ ਕਦੀ ਕੋਈ ਬੰਦਾ ਤੁਸੀਂ ਦੇਖਿਆ ਹੋਵੇ ਕਿ ਉਹਦੀ ਇਨਕੁਆਇਰੀ ਤੋਂ ਬਗੈਰ ਉਹਨੂੰ ਸਸਪੈਂਡ ਕਰਕੇ ਪਰਾਂ ਮਾਰਿਆ? ਜਾਂ ਤੁਸੀਂ ਦੇਖ ਲਓ ਡਿਸਟ੍ਰਿਕਟ ਮੈਨੇਜਮੈਂਟ ਆ, ਬਿਊਰੋਕ੍ਰੇਸੀ ਆ, ਈਵਨ ਆਰਮੀ ਆ, ਹੋਰ ਸਰਵਿਸਿਜ਼ ਨੇ ਜਿੰਨੀਆਂ ਵੀ, ਕਿਸੇ ਸਰਵਿਸਿਜ਼ 'ਚ ਇਸ ਤਰ੍ਹਾਂ ਨਹੀਂ ਹੁੰਦਾ ਜਿਸ ਤਰ੍ਹਾਂ ਸਾਡੇ ਹੈਲਥ ਡਿਪਾਰਟਮੈਂਟ ਨਾਲ ਹੋ ਰਿਹਾ। ਜਿਹਨੂੰ ਮਰਜ਼ੀ ਚੁੱਕੋ, ਉਹਨੂੰ ਸਸਪੈਂਡ ਕਰਕੇ ਪਰਾਂ ਮਾਰੋ, 3 ਦਿਨ ਬਾਅਦ ਫਿਰ ਉਹਨੂੰ ਬਹਾਲ ਕਰਕੇ ਦੁਬਾਰਾ ਲਗਾ ਦਿਓ। ਕੀ ਤਮਾਸ਼ਾ ਬਣਿਆ? ਡਾਕਟਰ ਸਾਹਿਬ ਇਹਦੇ 'ਚ ਕਸੂਰਵਾਰ ਕੌਣ ਹੈ? ਜਿਹੜਾ ਮਜ਼ਕੂਰਾ ਕੇਸ ਆ ਸ਼ਾਹਕੋਟ ਵਾਲਾ, ਦੇਖੋ ਜੀ, ਉਹਦੇ 'ਚ ਮਾਮਲਾ ਇਹ ਆ ਕਿ ਕੋਈ ਡਾਕਟਰ ਕਦੀ ਇਹ ਗਲਤੀ ਨਹੀਂ ਕਰਦਾ ਕਿ ਅਸੀਂ ਕਿਸੇ ਮਰੀਜ਼ ਦੀ ਪ੍ਰਾਈਵੇਸੀ ਨੂੰ ਟੱਚ ਵੀ ਕਰੀਏ। ਉਹਨੂੰ ਹਾਈਲਾਈਟ ਕਰਨਾ ਤਾਂ ਬਹੁਤ ਦੂਰ ਦੀ ਬਾਤ ਆ, ਅਸੀਂ ਉਹਨੂੰ ਟੱਚ ਵੀ ਕਰੀਏ। ਮਾਮਲਾ ਇੱਥੇ ਆਣ ਕੇ ਹੁੰਦਾ ਕਿ ਮਰੀਜ਼ ਦਾ ਅਗਰ ਕਿਸੇ ਨੇ ਤਸਵੀਰ ਲਈ ਆ, ਪਹਿਲੇ ਨੰਬਰ ਤੇ ਦੇਖਿਆ ਜਾਏ ਕਿ ਅਖਲਾਕੀ ਤੌਰ ਤੇ, ਕਾਨੂੰਨੀ ਤੌਰ ਤੇ ਔਰ ਦੀਨੀ ਤੌਰ ਤੇ ਵੀ ਗਲਤ ਹੈ, ਨਹੀਂ ਲੈਣਾ ਚਾਹੀਦਾ। ਦੂਸਰੇ ਨੰਬਰ ਤੇ ਹੈ, ਅਗਰ ਕਿਸੇ ਨੇ ਤਸਵੀਰ ਲਈ ਆ, ਉਹ ਆਮ ਤੌਰ ਤੇ ਕਿਹਾ ਜਾਂਦਾ ਕੋਈ ਛੋਟਾ ਸਟਾਫ ਦਾ ਬੰਦਾ ਹੋਏਗਾ ਜਿਹਨੇ ਲਈ ਹੋਏਗੀ, ਲੇਕਿਨ ਉਹਦੇ 'ਚ ਛੋਟਾ ਸਟਾਫ ਵੀ ਨਹੀਂ ਹੈ। ਇੱਕ ਬਹੁਤ ਬੜੀ ਬਿਮਾਰੀ ਇਹਨਾਂ ਗਵਰਨਮੈਂਟਾਂ ਨੇ ਆਪੇ ਸ਼ੁਰੂ ਕੀਤੀ ਆ ਕਿ ਅਪ੍ਰੈਂਟਿਸਸ਼ਿਪ ਜਿਹੜੇ ਕਰ ਰਹੇ ਨੇ ਸਟੂਡੈਂਟ ਰੰਗ ਬਰੰਗੇ ਸਕੂਲਾਂ ਵਿੱਚ, ਕਾਲਜਾਂ ਵਿੱਚ, ਉਹਨਾਂ ਨੂੰ ਹਸਪਤਾਲਾਂ 'ਚ ਭੇਜ ਦਿਓ। ਦੇਖੋ ਨਾ, ਉਹਨਾਂ ਦਾ ਹਸਪਤਾਲਾਂ 'ਚ ਤਾਲੁਕ ਕੀ ਆ? ਕੰਮ ਕੀ ਆ? ਕੋਈ ਕੰਮ ਨਹੀਂ। ਲੇਕਿਨ ਗਵਰਨਮੈਂਟ ਨੇ ਉਹਨਾਂ ਨੂੰ ਠੋਸਿਆ ਵੇ
ਯਾਨੀ ਇੰਪੋਜ਼ ਕੀਤਾ ਹਸਪਤਾਲਾਂ ਦੇ ਉੱਤੇ, ਤੁਸੀਂ ਇਹਨਾਂ ਨੂੰ ਜ਼ਰੂਰ ਟ੍ਰੇਨਿੰਗ ਦਿਓ ਜੀ ਸਾਡੇ ਕੋਲ। ਉਹ 'ਚ ਹੁੰਦਾ ਕੀ ਆ, ਉਹ ਅਨਟ੍ਰੇਨਡ ਜੇ ਮੁੰਡੇ ਹੁੰਦੇ ਨੇ ਜਾਂ ਕੁੜੀਆਂ ਹੁੰਦੀਆਂ ਨੇ, ਉਹ ਆਪਣੇ ਆਪ ਨੂੰ ਉਜਾਗਰ ਕਰਨ ਵਾਸਤੇ, ਐਵੇਂ ਇੱਕ ਹਊਆ ਬਣਾਉਣ ਵਾਸਤੇ, ਜਾਂ ਜਿਹੜੇ ਕਿਸੇ ਡਾਕਟਰ ਨੇ ਜਾਂ ਜਿਹੜੇ ਕਿਸੇ ਸੀਨੀਅਰ ਅਫਸਰ ਨੇ ਉਹਨਾਂ ਨੂੰ ਥੋੜਾ ਜਿਹਾ ਦਬਾਇਆ ਜਾਂ ਉਹਨਾਂ ਨੂੰ ਕਿਸੇ ਗੱਲ ਤੋਂ ਮਨਾ ਕੀਤਾ, ਉਹ ਕੋਈ ਨਾ ਕੋਈ ਉਹਦੇ ਵਾਸਤੇ ਮਸਲਾ ਖੜਾ ਕਰਨ ਤੁਸੀਂ ਮੈਨੂੰ ਇਹ ਵਾਸਤੇ ਦੱਸੋ ਵੀ ਅਜ਼ਹਰ ਅਮੀਨ ਨੂੰ ਗਲਤ ਮੁਅੱਤਲ ਕੀਤਾ ਗਿਆ ਜਾਂ ਕਿ ਦਰੁਸਤ ਕੀਤਾ 100% ਗਲਤ ਕੀਤਾ ਗਿਆ। ਇਸ ਮਾਮਲੇ 'ਚ ਅਜ਼ਹਰ ਅਮੀਨ ਦਾ ਤਾਲੁਕ ਹੀ ਕੋਈ ਨਹੀਂ ਬਣਦਾ। ਕਿਸ ਤਰ੍ਹਾਂ ਦਾ ਤਾਲੁਕ ਹੈ ਕਿ ਅਗਰ THQ ਸ਼ਾਹਕੋਟ ਦੇ ਅੰਦਰ ਥੀਏਟਰ ਦੇ ਅੰਦਰ ਇੱਕ ਮਾਮਲਾ ਹੋਇਆ, ਉਹਦੇ 'ਚ ਗਿਲਟੀ ਕੌਣ ਹੋ ਸਕਦਾ? ਜ਼ਿਆਦਾ ਤੋਂ ਜ਼ਿਆਦਾ ਅਨਸਥੈਟਿਸਟ ਹੋ ਸਕਦਾ, ਜਿਹੜਾ ਉਸ ਹਸਪਤਾਲ ਦੇ ਵਿੱਚ ਅਨਸਥੀਸੀਆ ਬੇਹੋਸ਼ੀ ਦਾ ਡਾਕਟਰ ਹੈ, ਜਾਂ ਸਰਜਨ ਡਾਕਟਰ ਹੈ ਜਿਹੜਾ ਸਰਜਰੀ ਕਰ ਰਿਹਾ, ਜਾਂ ਤੀਸਰਾ ਜਿਹੜਾ ਡਾਕਟਰ ਅਸਿਸਟ ਕਰ ਰਿਹਾ, ਕਿ ਉਹਨਾਂ ਨੇ ਉਹੋ ਜਿਹੇ ਬੰਦੇ ਨੂੰ ਕਿਉਂ ਅੰਦਰ ਵੰਡ ਦਿੱਤਾ ਜਿਹੜਾ ਬੰਦਾ ਇਸ ਕਿਸਮ ਦੀ ਹਰਕਤ ਜਿਹਨੇ ਕੀਤੀ ਆ। ਦੂਸਰੇ ਨੰਬਰ ਤੇ ਆ, ਅਗਰ ਇਹਨਾਂ ਦੋਨਾਂ ਨੇ ਆਪਣੇ ਕੰਮ 'ਚ ਮਸਰੂਫ ਨੇ, ਹੋਰ ਅਮਲਾ ਉੱਥੇ ਹੋਏਗਾ, ਸਟਾਫ ਨਰਸ ਹੋਏਗੀ, ਅਨਸਥੀਸੀਆ ਅਸਿਸਟੈਂਟ ਹੁੰਦੇ ਨੇ, ਅਨਸਥੀਸੀਆ ਟੈਕਨੀਸ਼ੀਅਨ ਹੁੰਦੇ ਨੇ, ਉਹਨਾਂ ਨੂੰ ਪੁੱਛਿਆ ਜਾਏ ਕਿ ਹਾਂ ਵੀ ਇਹ ਕਿਹਨੇ ਤਸਵੀਰ ਲਈ ਆ, ਕਿਉਂ ਲਈ ਆ, ਔਰ ਆਇਡੈਂਟੀਫਾਈ ਹੋ ਜਾਏਗਾ, ਹਾਈਲਾਈਟ ਹੋ ਜਾਏਗਾ ਕਿਹੜਾ ਬੰਦਾ ਇਹ 'ਚ ਇਨਵੋਲਵਡ ਹੈ, ਕਿਹੜਾ ਬੰਦਾ ਗਿਲਟੀ ਆ, ਔਰ ਉਹਨੂੰ ਉਹਦਾ ਇਲਾਜ ਹੋਣਾ ਚਾਹੀਦਾ। ਤੁਸੀਂ ਇਹ ਦੱਸੋ ਕਿ ਆਇਆ ਕਿ ਡਾਕਟਰ ਅਜ਼ਹਰ ਅਮੀਨ ਸਾਹਿਬ ਜਿਹੜੇ ਨੇ ਹੁਣ ਕੀ ਕਰਨਾ ਚਾਹੀਦਾ ਹੈ ਬਤੌਰ ਇੱਕ ਡਾਕਟਰ? ਤੁਸੀਂ ਵੀ ਮਾਸ਼ਾਅੱਲਾ ਕੀ ਪੋਸਟਾਂ ਤੇ ਰਹੇ ਹੋ, ਕੀ ਹੋਣਾ ਚਾਹੀਦਾ? ਦੇਖੋ ਜੀ, ਮੈਂ ਇਹ ਦੇਖਿਆ ਆਮ ਤੌਰ ਤੇ ਸਾਡੇ ਖੁਸੂਸਨ ਸਿਆਸੀ ਹਕੂਮਤਾਂ ਜਿਹੜੀਆਂ, ਇਹਨਾਂ ਦਾ ਇੱਕ ਵਤੀਰਾ ਬਣ ਗਿਆ ਕਿ ਜਿਹੜਾ ਪ੍ਰੋਮੀਨੈਂਟ ਫਿਗਰ ਹੈ ਜਾਂ ਕੋਈ ਡਿਸਟ੍ਰਿਕਟ ਹੈਡ ਆ, ਖੁਸੂਸਨ ਹੈਲਥ ਡਿਪਾਰਟਮੈਂਟ ਵਾਸਤੇ, ਉਹਨੂੰ ਫੜ ਕੇ ਤੇ ਫਟਾਫਟ ਉਹਨੂੰ ਸਸਪੈਂਡ ਕਰੋ, ਉਹਨੂੰ ਜਨਾਬ ਕੁੱਡੇ ਨਾਲ ਲਗਾ ਕੜਕੀ ਲਾ ਕੇ ਉਹਨੂੰ ਖੜਾ ਕਰ ਦਿਓ। ਵੀ ਕੀ ਤਮਾਸ਼ਾ ਬਣਿਆ? ਪਹਿਲੇ ਤੁਸੀਂ ਇਨਕੁਆਇਰੀ ਕਰੋ, ਗਿਲਟੀ ਹੈ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ, ਅਗਰ ਨਹੀਂ ਹੈ ਤਾਂ ਉਹਨੂੰ ਮੈਰੀਪਿਊਟ ਕਿਉਂ ਕਰਦੇ ਹੋ, ਉਹਦੀ ਰੈਪੂਟੇਸ਼ਨ ਕਿਉਂ ਖਰਾਬ ਕਰਦੇ ਹੋ? ਉਹਦੇ ਵਾਸਤੇ ਇੱਕ ਮਤਲਬ ਕਿੰਨਕ ਦਾ ਟਿੱਕਾ ਬਣ ਜਾਂਦਾ, ਮੱਥੇ ਤੇ ਉਹਦੇ ਸਿਆਹੀ ਲੱਗ ਜਾਂਦੀ ਹੈ ਕਿ ਬੰਦਾ ਇਹ ਕਰ ਗਿਆ ਤੇ ਇਹ ਕਰ ਗਿਆ, ਹਾਲਾਂਕਿ ਉਹਦਾ ਕਸੂਰ ਵੀ ਕੋਈ ਨਹੀਂ। ਲਿਹਾਜ਼ਾ ਗਵਰਨਮੈਂਟ ਨੂੰ ਇਹ ਸੋਚਣਾ ਚਾਹੀਦਾ ਕਿ ਆਪਣੇ ਨੰਬਰ ਟੰਗਣ ਦੀ ਬਜਾਏ ਇਹ ਦੇਖੇ ਕਿ ਆਇਆ ਇਸ ਮਾਮਲੇ ਦੇ ਵਿੱਚ ਕੋਈ ਸਦਾਕਤ ਵੀ ਹੈ ਕਿ ਨਹੀਂ, ਨੰਬਰ 1। ਨੰਬਰ 2, ਅਗਰ ਸਦਾਕਤ ਹੈ ਤੇ ਉਹਦਾ ਗਿਲਟੀ ਕੌਣ ਆ, ਉਹਦਾ ਮੁਜਰਮ ਕੌਣ ਆ, ਉਹਦਾ ਮੁਲਜ਼ਮ ਕੌਣ ਆ, ਤੇ ਸਜ਼ਾ ਵੀ ਅਦਾਲਤ ਚੋਂ ਉਹਨੂੰ ਮਿਲਦੀ ਜਿਹੜਾ ਮੁਜਰਮ ਹੋਵੇ। ਮੁਲਜ਼ਮ ਨੂੰ ਸਜ਼ਾ, ਮੁਲਜ਼ਮ ਤੇ ਜਿਹਨੂੰ ਮਰਜ਼ੀ ਬਣਾ ਕੇ ਖੜਾ ਕਰ ਦਿਓ, ਲੇਕਿਨ ਜਿਹੜਾ ਮੁਜਰਮ ਸਾਬਤ ਹੁੰਦਾ ਉਹਨੂੰ ਹੀ ਸਜ਼ਾ ਮਿਲਦੀ ਹੈ। ਲੇਕਿਨ ਸਾਡੇ ਮੁਲਕ ਵਿੱਚ ਔਰ ਖੁਸੂਸਨ ਇਹਨਾਂ ਹਕੂਮਤਾਂ ਦੇ ਵਿੱਚ ਤੇ ਪ੍ਰੋਬਲਮ ਹੀ ਇਹ ਆ ਕਿ ਫੜੋ ਬੰਦਾ, ਉਹਨੂੰ ਟੰਗ ਦਿਓ, ਬਾਅਦ ਚ ਦੇਖੀ ਜਾ ਕੇ 4 ਦਿਨ ਹਵਾ ਠੰਡੀ ਹੋ ਜਾਏਗੀ, ਮਿੱਟੀ ਬੈਠ ਜਾਏਗੀ, ਉਹਨੂੰ ਦੁਬਾਰਾ ਬਹਾਲ ਕਰਕੇ ਦੇ ਲਗਾ ਦਿਓ। ਗਵਰਨਮੈਂਟ ਅੱਗੇ ਕੋਈ ਮੁਤਾਲਬਾ ਤੁਹਾਡਾ ਹੈ ਬਤੌਰ ਡਾਕਟਰ? ਦੇਖੋ ਜੀ, ਮੇਰਾ ਮੁਤਾਲਬਾ ਨਹੀਂ, ਮੈਂ ਇhtਜਾਜ ਕਰਨਾ ਇਸ ਚੀਜ਼ ਦੇ ਉੱਤੇ ਕਿ ਪਹਿਲੇ ਨੰਬਰ ਤੇ ਹੈ ਕਿ ਬੰਦੇ ਨੂੰ ਗਲਤ ਸਸਪੈਂਡ ਕੀਤਾ ਕਿਉਂ ਜਾਏ। ਅਗਰ ਕੀਤਾ ਜਾਂਦਾ, ਫਿਰ ਜਿਹੜਾ ਬੰਦਾ ਸਸਪੈਂਡ ਕਰ ਰਿਹਾ ਉਹਨੂੰ ਪੁੱਛਣਾ ਚਾਹੀਦਾ, ਉਹਨੂੰ ਕਟਾਰੇ 'ਚ ਲਿਆਉਣਾ ਚਾਹੀਦਾ ਕਿ ਤੂੰ ਬਗੈਰ ਇਨਕੁਆਇਰੀ ਤੋਂ, ਬਗੈਰ ਉਹਦੀ ਪ੍ਰੂਫ ਤੋਂ, ਸਬੂਤ ਤੋਂ ਕਿ ਉਹ ਬੰਦਾ ਗਿਲਟੀ ਸੀ ਕਿ ਨਹੀਂ, ਤੂੰ ਸਸਪੈਂਡ ਕਿਉਂ ਕੀਤਾ ਉਹਨੂੰ? ਲਿਹਾਜ਼ਾ ਮੈਂ ਇਸ ਚੀਜ਼ ਦਾ ਬੜਾ ਦਾਈ ਆ ਔਰ ਇਸ ਚੀਜ਼ ਦਾ ਮੈਂ ਬੜਾ ਮੁਤਾਲਬਾ ਕਰਨਾ ਕਿ ਉਸ ਬੰਦੇ ਨੂੰ, ਡਾਕਟਰ ਅਜ਼ਹਰ ਅਮੀਨ ਨੂੰ ਫੌਰਨ ਬਹਾਲ ਕਰਨਾ ਚਾਹੀਦਾ, ਉਹਦੀ ਇਨਕੁਆਇਰੀ ਕਰਨੀ ਚਾਹੀਦੀ ਹੈ। ਅਗਰ ਉਹ ਜ਼ਿੰਮੇਦਾਰ ਹੈ ਤੇ ਫਿਰ ਸਸਪੈਂਡ ਜ਼ਰੂਰ ਕਰਨਾ ਚਾਹੀਦਾ, ਬਲਕਿ ਸਸਪੈਂਡ ਨਹੀਂ ਕਰਨਾ ਚਾਹੀਦਾ, ਟਰਮੀਨੇਟ ਕਰਨਾ ਚਾਹੀਦਾ ਇਸ ਬੰਦੇ ਨੂੰ ਜਿਹੜਾ ਉਹਦਾ ਜ਼ਿੰਮੇਦਾਰ ਹੈ। ਲੇਕਿਨ ਇਹ ਤਾਂ ਬਹੁਤ ਬੜੀ ਜ਼ਿਆਦਤੀ ਹੈ ਕਿ ਬੰਦਾ ਕਿਤੇ ਬੈਠਾ, ਉਹਦਾ ਮਾਮਲਾ ਵੀ ਕੋਈ ਨਹੀਂ, ਉਹਦਾ ਤਲਕ ਵੀ ਕੋਈ ਨਹੀਂ, ਉਹਨੂੰ ਸਸਪੈਂਡ ਕਰ ਦਿਓ। ਲਓ ਜੀ, ਇਹ ਸਨ ਸਾਡੇ ਨਾਲ ਡਾਕਟਰ ਨਸੀਰ ਅਹਿਮਦ ਕਾਲੂ ਸਾਹਿਬ, ਸਾਬਕਾ CEO ਹੈਲਥ, ਜਿਨ੍ਹਾਂ ਦੀਆਂ ਜਨਾਬ ਤੁਸੀਂ ਗੱਲਾਂ ਬਾਤਾਂ ਸੁਣੀਆਂ ਨੇ ਡਾਕਟਰ ਅਜ਼ਹਰ ਅਮੀਨ ਦੇ ਹਵਾਲੇ ਤੋਂ। ਅਗਲੇ ਪ੍ਰੋਗਰਾਮ ਵਾਸਤੇ ਤੋਂ ਸਾਨੂੰ ਇਜਾਜ਼ਤ, ਫਿਰ ਨਵੇਂ ਟਾਪਿਕ ਤੇ ਗੱਲ ਹੋਏਗੀ। ਬਹੁਤ ਸ਼ੁਕਰੀਆ, ਥੈਂਕ ਮਿਹਰਬਾਨੀ। ਯੂ, ਅੱਲਾ ਹਾਫਿਜ਼। ਸਾਹਮਣੇ ਹੋ ਗਿਆ ਜੀ।